ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਆਪਣੀ ਪਾਰਟੀ ਪੀਐਲਸੀ ਦਾ ਬੀਜੇਪੀ ਚ ਰਲੇਵਾਂ ਕਰ ਦਿੱਤਾ ਹੈ। ਪੰਜਾਬ ਲੋਕ ਕਾਂਗਰਸ ਦਾ ਬੀਜੇਪੀ ਚ ਰਲੇਵਾਂ ਹੋ ਗਿਆ ਹੈ। ਨਰਿੰਦਰ ਤੋਮਰ ਤੇ ਕਿਰਨ ਰਿਜਿਜੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਚ ਸ਼ਾਮਲ ਕਰਵਾਇਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਤੇ ਬੇਟੀ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਹਾਲਾਂਕਿ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੀਜੇਪੀ ਚ ਸ਼ਾਮਲ ਨਹੀਂ ਹੋਏ। ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਤਸਵੀਰਾਂ ਨੇ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦਾ ਪੱਲਾ ਫੜਿਆ ਹੈ, ਉਹਨਾਂ ਦੇ ਨਾਲ ਹੋਰ ਵੀ ਆਗੂਆਂ ਨੇ ਬੀਜੇਪੀ ਦਾ ਪੱਲਾ ਫੜਿਆ ਹੈ। ਪੰਜਾਬ ਲੋਕ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਬੀਜੇਪੀ ਦੇ ਵਿੱਚ ਰਲੇਵਾਂ ਹੋ ਗਿਆ ਹੈ। ਬੀਜੇਪੀ 'ਚ ਸ਼ਾਮਲ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਜੇਪੀ ਨਾਲ ਹੀ ਪੰਜਾਬ ਦਾ ਭਵਿੱਖ ਹੈ ਤੇ ਬੀਜੇਪੀ ਹੀ ਦੇਸ਼ ਦੇ ਬਾਰੇ ਸੋਚਦੀ ਹੈ। ਪਰ ਦੂਸਰੇ ਪਾਸੇ ਕਾਂਗਰਸ ਲੀਡਰ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਗੈਰ ਹਾਜ਼ਰ ਰਹਿ ਕੇ ਕੈਪਟਨ ਨੂੰ ਬੇਇੱਜ਼ਤ ਕੀਤਾ ਹੈ। मैं सारे नाल विचार किए और सारे दे विचार से कि अगर अपने पंजाब का कोई भविख देखना है बनता तो हुण समय आ गया कि आपां बीजेपी नाल मर्ज करिए। तो मैं उदों फिर लिख दिता सी प्राइम मिनिस्टर साहब नूं, होम मिनिस्टर साहब नूं, नड्डा साहब नूं, सारिआं नूं कि मैं जाया वां, ऑपरेशन कराया वां और उस बाद मैं जब आऊँगा तो फिर मैं थोड़े नाल संपर्क जोड़ के उस तो बाद असीं थोड़े विच शामिल होवांगे। सारी पूरी संस्था जो साडी है जिन्हां दी विचारधारा इक्को ही है। उन्होंने इस करके नड्डा साहब ने नहीं ज्वाइन कराया क्योंकि बराती तो कला ही गुलाबी पग बन के आ गया तो पिछे बरात है ही नहीं सी। वो दोवें बच्चे बेचारे नाल तुरे जाते हैं कि अज बापू जी का अज विआह वा ते आपां भी नाल जाना। तो वो जी चीज़ है ये गलत चीज़ हो गई। कैप्टन अमरिंदर सिंह नूं ठीक है, मैं उन्होंने नाल 3 वारी MLA रहा, पर अमरिंदर सिंह होना दे विच जो पावर की भुख सी वो कदी खत्म नहीं हुई। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪ੍ਰਨੀਤ ਕੌਰ ਬੀਜੇਪੀ 'ਚ ਸ਼ਾਮਲ ਨਹੀਂ ਹੋਏ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਕਿ ਪ੍ਰਨੀਤ ਕੌਰ ਉਹਨਾਂ ਦੇ ਨਾਲ ਕਿਉਂ ਨਹੀਂ ਆਏ ਜਾਂ ਬੀਜੇਪੀ 'ਚ ਸ਼ਾਮਲ ਕਿਉਂ ਨਹੀਂ ਹੋਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਜੋ ਰਾਹ ਪਤੀ ਚੁਣੇ ਪਤਨੀ ਉਸੇ ਰਾਹ ਤੇ ਚੱਲੇ। ਜਿਸ ਤੇ ਸੁਖਜਿੰਦਰ ਰੰਧਾਵਾ ਨੇ ਇਲਜ਼ਾਮ ਲਾਇਆ ਕਿ ਕੈਪਟਨ ਪਰਿਵਾਰ ਨੂੰ ਪਾਵਰ ਦੀ ਭੁੱਖ ਹੈ, ਇਹ ਅਹੁਦੇ ਨਹੀਂ ਛੱਡ ਸਕਦੇ। क्या करें देवेंद्र जी, अभी तो बहुत समय मिलेगा आपस में बातचीत करने का। इसके बाद बात आप सुनिए कि ये जरूरी है कि जो 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 हस्बैंड करे वही वाइफ करे। चलिए, मैनू समझ नहीं अज तक आई कि महाराणी प्रतीक तो कहती है कि मैं अज भी कांग्रेस हाँ, पर कैप्टन साहब जा रहे ने बीजेपी च उन्होंने जाके मजबूत करके। बीबी जी मैनू तो समझ नहीं तुहाडी आई कि की तुसी गल कर रहे हो। जे तुहानू इन्ना ही पुराने जमाने दे विच राजियां दे जिहड़ियां राणियां हुंदियां सी सती हो जांदियां सी, तूं ते एक मैंबरी नहीं छड्डी, तूं सती की होना। तेरा इत्थों ही पता लग गया कि तेरा किन्नी कि उहदे वल तुहाडी प्यार है, तुहाडा महाराज जी दी पॉलिटिक्स वाल जां उन्हां दे लई कि अपने खानदान लई आन ते शान लई ते तुसी एक छोटी जी मैंबरी छड्डण नूं तैयार नहीं गए ते तुसी सवाह इन्हां दे पैरवी करोगे। ਵਿਜੀਲੈਂਸ ਨੇ ਕਥਿਤ ਸਿੰਜਾਈ ਘੁਟਾਲੇ ਮਾਮਲੇ ਦੇ ਵਿੱਚ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਭਾਜਪਾ ਦੌਰਾਨ ਇੱਕ ਕਥਿਤ ਘੁਟਾਲਾ ਹੋਇਆ। ਸੂਤਰਾਂ ਮੁਤਾਬਕ 2 ਸਾਬਕਾ ਮੰਤਰੀਆਂ ਦੇ ਖਿਲਾਫ ਵਿਜੀਲੈਂਸ ਨੇ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੈ। ਅਕਾਲੀ ਭਾਜਪਾ ਸਰਕਾਰ ਸਮੇਤ ਸਿੰਜਾਈ ਵਿਭਾਗ ਦੇ ਵਿੱਚ ਹੋਏ ਕਥਿਤ 2 ਕਰੋੜੀ ਘੁਟਾਲੇ ਦੀਆਂ ਫਾਈਲਾਂ ਖੁੱਲੀਆਂ ਨੇ। ਵਿਜੀਲੈਂਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ 2 ਸਾਬਕਾ ਅਕਾਲੀ ਮੰਤਰੀਆਂ ਤੇ 3 ਰਿਟਾਇਰਡ ਅਫਸਰਾਂ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ। ਸੂਤਰਾਂ ਮੁਤਾਬਿਕ ਅਕਾਲੀ ਆਗੂ ਜਨਮੇਜਾ ਸਿੰਘ ਸਿੱਖੋ, ਸ਼ਰਨਜੀਤ ਸਿੰਘ ਢਿੱਲੋਂ ਨੂੰ ਇਹ ਨੋਟਿਸ ਭੇਜਿਆ ਗਿਆ। ਇਸ ਤੋਂ ਇਲਾਵਾ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਾਬਕਾ ਵਿਸ਼ੇਸ਼ ਮੁੱਖ ਸਕੱਤਰ KBS ਸਿੱਧੂ ਅਤੇ ਸਾਬਕਾ ਸਕੱਤਰ ਕਾਨ ਸਿੰਘ ਪੰਨੂ ਦੇ ਖਿਲਾਫ ਵੀ ਨੋਟਿਸ ਜਾਰੀ ਹੋਇਆ। ਵਿਜੀਲੈਂਸ ਬਿਊਰੋ ਦੇ ਵੱਲੋਂ ਸਿੰਜਾਈ ਵਿਭਾਗ ਦੇ ਵਿੱਚ 1000 ਕਰੋੜ ਰੁਪਏ ਦਾ ਘੁਟਾਲਾ ਹੋਣ ਦਾ ਦਾਅਵਾ ਕੀਤਾ ਗਿਆ। ਕੇਸ ਦੇ ਵਿੱਚ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਪਾਪਾ ਨੂੰ ਬਣਾਇਆ ਗਿਆ। ਵਿਜੀਲੈਂਸ ਮੁਤਾਬਿਕ ਠੇਕੇਦਾਰ ਪਾਪਾ ਨੂੰ ਵਿਭਾਗੀ ਰੇਟਾਂ ਤੋਂ 10 ਤੋਂ 50% ਵੱਧ ਰੇਟਾਂ ਤੇ 1000 ਕਰੋੜ ਦੇ ਟੈਂਡਰ ਅਲਾਟ ਕੀਤੇ ਗਏ ਤੇ ਜਨਵਰੀ 2017 ਦੇ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਚੰਦ ਦਿਨ ਪਹਿਲਾਂ ਟੈਂਡਰਾਂ ਦੀ ਕੁਝ ਸ਼ਰਤਾਂ ਖਤਮ ਕਰ ਦਿੱਤੀਆਂ ਗਈਆਂ।
ਤੇ ਸਮਝੌਤੇ ਤਹਿਤ ਗੁਰਿੰਦਰ ਸਿੰਘ ਠੇਕੇਦਾਰ ਨੂੰ 2 ਵੱਡੇ ਉਸਾਰੀ ਠੇਕੇ ਅਲਾਟ ਕੀਤੇ ਗਏ। ਫਿਲਹਾਲ ਇਸ ਮਾਮਲੇ 'ਚ ਵਿਜੀਲੈਂਸ ਵੱਡਾ ਐਕਸ਼ਨ ਲੈਣ ਦੀ ਤਿਆਰੀ ਕਰ ਰਹੀ ਹੈ। ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18 ਪੰਜਾਬ। उधर साबका कैबिनेट मंत्री शरणजीत ढिल्लों ने भी अपना पक्ष रखा है। देखो इस केस दे विच जो साडे नाल होया असीं वो लफ्ज़ां नाल बयान नहीं कर सकते जो तशद्दुद साडे नाल कीता। पहला तां 3 IAS अफसर कर ले अपनी मर्जी नाल, पहला एक सिलेक्ट किया, फिर दूजा किया, फिर तीजा किया, फिर किया भी एक केस हाई प्रोफाइल किवें बनूगा। केस नूं हाई प्रोफाइल बनाने वास्ते 2 मंत्री पाले बैठे। मैं तुहाडे सामने एक क्लियर करना चाहुंदा, मैं एक पैसे का भी कितों रवादार, एक पैसे का, अगर मैं एक पैसे का रवादार हूँ चाहे मैनूं फांसी ला दो। जिन्ने चलान ने उस कंट्रैक्टर के खिलाफ, जबकि वो भी जिहड़ा है तुहाडे सामने तत्थ आउणगे जो सानूं पता लग्या, वकीलों को पता लग्या, होर किसी पासों पता लग्या, वो भी सारा कुछ झूठा उहदे ते पाया गया। जो कहते ने जिस तरीके नाल उन्होंने अपना चीफ इंजीनियर ने दी है 5-7 दिन पहला अपना सीएम नूं, चीफ सैकटरी नूं जो अपना दिता लिख के भी साडी इंक्वायरी दोबारा करो, साडे नाल धक्के होए। ते जे वो ठेकेदार की कहते हैं भी इन्हें आ कहा आ पैसे दिते ने असीं इन्हां नूं, ठेकेदार कहता है फिर वो चिट्ठी नाल क्यों नहीं लाई? वो चिट्ठी का चलान दे विच नाल लाउंदे, बड़ा बड़ा डॉकूमेंट सी वो तां सिर्फ डॉकूमेंट इस करके तैयार किया सानूं बदनाम करने खातिर। ਭਗਵੰਤ ਮਾਨ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਸਕਦੀ ਹੈ ਤੇ ਇਸ ਦੇ ਲਈ ਸਰਕਾਰ ਨੇ ਸੰਭਾਵਨਾਵਾਂ ਤਲਾਸ਼ਣੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਸਰਕਾਰ ਤੇ ਇਸ ਐਲਾਨ ਤੇ ਵਿਰੋਧੀ ਧਿਰਾਂ ਨੂੰ ਯਕੀਨ ਨਹੀਂ ਹੋ ਰਿਹਾ। ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਸਮੇਂ-ਸਮੇਂ ਤੇ ਸੰਘਰਸ਼ ਕਰਦੀਆਂ ਰਹੀਆਂ ਨੇ, ਪਰ ਹੁਣ ਮੁਲਾਜ਼ਮਾਂ ਦੀ ਇਸ ਚਿਰਕੋਣੀ ਮੰਗ ਨੂੰ ਬੂਰ ਪੈ ਸਕਦਾ ਹੈ। ਮਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੇ ਲਈ ਰਾਹ ਤਲਾਸ਼ਣੇ ਸ਼ੁਰੂ ਕਰ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ਮੇਰੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਮੁੜ ਤੋਂ ਸ਼ੁਰੂ ਕਰਨ ਤੇ ਵਿਚਾਰ ਕਰ ਰਹੀ ਹੈ। ਮੈਂ ਆਪਣੇ ਮੁੱਖ ਸਕੱਤਰ ਨੂੰ ਸਕੀਮ ਲਾਗੂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਲਈ ਕਿਹਾ ਹੈ। ਅਸੀਂ ਆਪਣੇ ਮੁਲਾਜ਼ਮਾਂ ਦੀ ਭਲਾਈ ਦੇ ਲਈ ਵਚਨਬੱਧ ਹਾਂ। ਮੁੱਖ ਮੰਤਰੀ ਨੇ ਟਵੀਟ ਕੀਤਾ ਤਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੀਐਮ ਮਾਨ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, ਮਹਾਨ ਫੈਸਲਾ, ਦੇਸ਼ ਭਰ ਦੇ ਵਿੱਚ ਸਰਕਾਰੀ ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਮੰਗ ਕਰ ਰਹੇ ਨੇ। ਮੁੱਖ ਮੰਤਰੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਲਈ ਸੰਭਾਵਨਾਵਾਂ ਤਲਾਸ਼ਣ ਦੇ ਦਿੱਤੇ ਹੁਕਮਾਂ ਨੂੰ ਮਾਨ ਸਰਕਾਰ ਦੇ ਮੰਤਰੀ ਵੱਡਾ ਫੈਸਲਾ ਕਰਾਰ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਪਹਿਲੇ 6 ਮਹੀਨਿਆਂ ਦੇ ਵਿੱਚ ਤਕਰੀਬਨ ਸਾਰੇ ਵਾਅਦੇ ਆ ਜਿਹੜੇ ਪੂਰੇ ਕਰ ਦਿੱਤੇ ਆ। ਇਮਾਨਦਾਰੀ ਤੇ ਜਿਹੜੀ ਸਰਕਾਰ ਹੈ ਉਹ ਚੱਲ ਰਹੀ ਹੈ ਤੇ ਅੱਜ ਸਭ ਤੋਂ ਵੱਡਾ ਐਲਾਨ ਕਿ ਜੀ ਪੁਰਾਣੀ ਪੈਨਸ਼ਨ ਸਕੀਮ ਦਾ ਵੀ ਉਹਦੇ ਲਈ ਜਿਹੜੀ ਕਮੇਟੀ ਸੀਐਮ ਸਾਹਿਬ ਨੇ ਉਹਦਾ ਐਲਾਨ ਕਰ ਦਿੱਤਾ। ਵਿਰੋਧੀ ਧਿਰਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਵਕਾਲਤ ਤਾਂ ਕਰਦੀਆਂ ਨੇ, ਪਰ ਉਹਨਾਂ ਨੂੰ ਮਾਨ ਸਰਕਾਰ ਦੇ ਐਲਾਨ ਤੇ ਬਹੁਤਾ ਯਕੀਨ ਨਹੀਂ ਹੈ। ਇਹ ਹੈ ਕਿ ਸਰਕਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰੇ, ਉਹ ਸਾਰਿਆਂ ਦੀ ਮੰਗ ਹੈ, ਉਹਦੇ ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਪਰ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਜਿਸ ਤਰੀਕੇ ਅਨਾਉਂਸਮੈਂਟਾਂ ਕਰ ਰਹੀ ਹੈ, ਇਹ ਕੋਈ ਮੰਗ ਨੂੰ ਪੂਰਾ ਕਰਨ ਵਾਸਤੇ ਕਰ ਰਹੀ? ਹਾਲੇ ਤਨਖਾਹ ਤਾਂ ਜਿਹੜੀ ਐਸੇ ਮਹੀਨੇ ਦੀ ਸਰਕਾਰ 8-10 ਦਿਨ ਲੇਟ, ਤੇ ਉਹ ਵੀ 1500 ਕਰੋੜ ਰੁਪਇਆ ਕਰਜ਼ਾ ਲੈ ਕੇ ਫਿਰ ਤਨਖਾਹ ਦਿੱਤੀ ਮੁਲਾਜ਼ਮਾਂ ਨੂੰ, ਤੇ ਹਾਲੇ ਤਨਖਾਹ ਦੇਣ ਦੀ ਤਾਂ ਪੋਜੀਸ਼ਨ ਦੇ ਵਿੱਚ ਨਹੀਂ। ਜ਼ਰੂਰ ਚਾਲੂ ਕਰਨੀ ਚਾਹੀਦੀ ਹੈ ਭਗਵੰਤ ਮਾਨ ਜੀ, ਪਰ ਐਵੇਂ ਸ਼ੇਖ ਚਿਲੀ ਵਾਲੀਆਂ ਗੱਲਾਂ ਨਾ ਕਰੋ। ਪਹਿਲਾਂ ਇਹਦੀ ਆਰਥਿਕਤਾ ਪੰਜਾਬ ਦੀ ਠੀਕ ਕਰਨ ਦੀ ਗੱਲ ਕਰੋ, ਔਰ ਪੰਜਾਬ ਦੇ ਅੰਦਰ ਇੰਨੇ ਵਾਅਦੇ ਹੋਰ ਕਰ ਲਏ ਉਹਨਾਂ ਨੂੰ ਵੀ ਪੂਰੇ ਕਰਨ ਦੀ ਗੱਲ ਕਰੋ, ਔਰ ਪੰਜਾਬ ਦੇ ਅੰਦਰ ਇੰਪਲਾਈਜ਼ ਦੀਆਂ ਸੈਲਰੀਜ਼ ਨਹੀਂ ਦਿੱਤੀਆਂ ਜਾ ਰਹੀਆਂ ਸਮੇਂ ਤੇ, ਉਸ ਦੇ ਬਾਰੇ ਵੀ ਵਿਚਾਰ ਕਰਨ ਦੀ ਗੱਲ ਕਰੋ। ਜ਼ਿਕਰਯੋਗ ਹੈ ਕਿ ਸਾਲ 2004 ਦੇ ਵਿੱਚ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ NPS ਲਾਗੂ ਕਰ ਦਿੱਤੀ ਸੀ। ਹੁਣ ਤੁਹਾਨੂੰ ਨਵੀਂ ਤੇ ਪੁਰਾਣੀ ਪੈਨਸ਼ਨ ਸਕੀਮ ਦਾ ਫਰਕ ਦੱਸਦੇ ਹਾਂ। ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ GPF ਦੀ ਸਹੂਲਤ ਸੀ, ਜਦਕਿ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਇਹ ਸਹੂਲਤ ਨਹੀਂ ਹੈ। ਪੁਰਾਣੀ ਪੈਨਸ਼ਨ ਦੇ ਵਿੱਚ ਪੈਨਸ਼ਨ ਲਈ ਤਨਖਾਹ ਦੇ ਵਿੱਚੋਂ ਕੋਈ ਕਟੌਤੀ ਨਹੀਂ ਹੁੰਦੀ ਸੀ,
ਜਦਕਿ ਨਵੀਂ ਸਕੀਮ ਦੇ ਵਿੱਚ 10% ਤਨਖਾਹ ਦੇ ਵਿੱਚੋਂ ਪੈਸਾ ਕੱਟਿਆ ਜਾਂਦਾ ਹੈ। ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਸੇਵਾ ਮੁਕਤੀ ਤੇ ਸਥਿਰ ਪੈਨਸ਼ਨ ਮਿਲਦੀ ਸੀ। ਆਖਰੀ ਤਨਖਾਹ ਦੀ 50% ਪੈਨਸ਼ਨ ਹੁੰਦੀ ਸੀ। ਨਵੀਂ ਸਕੀਮ ਦੇ ਵਿੱਚ ਸਥਿਰ ਪੈਨਸ਼ਨ ਦੀ ਕੋਈ ਗਰੰਟੀ ਨਹੀਂ ਹੈ। ਇਹ ਸ਼ੇਅਰ ਮਾਰਕੀਟ ਤੇ ਬੀਮਾ ਕੰਪਨੀਆਂ ਤੇ ਨਿਰਭਰ ਕਰੇਗੀ। ਪੁਰਾਣੀ ਪੈਨਸ਼ਨ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਸੀ, ਜਦਕਿ ਨਵੀਂ ਸਕੀਮ ਦੇ ਵਿੱਚ ਬੀਮਾ ਕੰਪਨੀਆਂ ਪੈਨਸ਼ਨ ਦੇਣਗੀਆਂ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਬੀਮਾ ਕੰਪਨੀ ਦੇ ਨਾਲ ਕਾਨੂੰਨੀ ਤੌਰ ਤੇ ਲੜਨਾ ਹੋਵੇਗਾ। ਪੁਰਾਣੀ ਪੈਨਸ਼ਨ ਸਕੀਮ ਦੇ ਤਹਿਤ ਸੇਵਾ ਦੇ ਦੌਰਾਨ ਮੌਤ ਹੋਣ ਤੇ ਆਸ਼ਰਿਤ ਨੂੰ ਨੌਕਰੀ ਤੇ ਪਰਿਵਾਰਿਕ ਮੈਂਬਰ ਨੂੰ ਪੈਨਸ਼ਨ ਮਿਲਣ ਦੀ ਸਹੂਲਤ ਸੀ, ਜਦਕਿ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਇਸ ਤੋਂ ਪਹਿਲਾਂ ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਝਾਰਖੰਡ ਦੀਆਂ ਸਰਕਾਰਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਐਲਾਨ ਕਰ ਚੁੱਕੀਆਂ ਨੇ। ਬਿਊਰੋ ਰਿਪੋਰਟ, ਨਿਊਜ਼ 18।